Hello students, today we will discuss about next chapter of book Footprint, chapter number 7, that is The Necklace. The Necklace is written by Guy de Maupassant. Before proceeding this chapter, let's discuss about major character of this chapter. Main character of this chapter is Ma'am Loisel, who was married with the petty clerk Mr. Loisel. She has one best friend whose name is Ma'am Frostier. Ma'am Loisel's short name was Matilda. Matilda, the pretty young lady, was born in family of clerks and she was married to petty clerk in the office of Board of Education. She was very ambitious and demanded too much from life, but she was married with a petty clerk. So she felt that she was born for luxuries but she was suffering from poverty. ਇਹ ਸਟੋਰੀ ਹੈ ਕਿਹਦੇ ਬਾਰੇ ਵਿੱਚ? ਮਟਿਲਡਾ ਦੇ ਬਾਰੇ ਵਿੱਚ, ਜੋ ਕਿ ਸ਼ਾਰਟ ਨੇਮ ਹੈ ਕਿਹਦਾ? ਮੈਮ ਲੋਇਸਲ ਦਾ। ਮਟਿਲਡਾ ਜੋ ਕਿ ਇੱਕ ਯੰਗ ਬਿਊਟੀਫੁਲ ਲੇਡੀ ਸੀ ਜਿਹਦੀ ਖੂਬਸੂਰਤੀ ਬਹੁਤ ਹੀ ਜ਼ਿਆਦਾ ਸੀ, ਬਟ ਉਹਦੀ ਜਿਹੜੀ ਬੋਰਨ ਸੀ ਉਹ ਕਿਹਦੇ ਵਿੱਚ ਹੋਇਆ ਸੀ? ਇੱਕ ਪੂਅਰ ਫੈਮਿਲੀ 'ਚ ਹੋਇਆ ਸੀ। ਇਸ ਕਰਕੇ ਉਹਦੀ ਮੈਰਿਜ ਵੀ ਜਿਹੜੀ ਸੀ ਉਹ ਇੱਕ ਕਲਰਕ ਦੇ ਨਾਲ ਹੋਈ ਸੀ ਜਿਹਦੀ ਬਹੁਤ ਥੋੜ੍ਹੀ ਸੈਲਰੀ ਸੀ। ਮਟਿਲਡਾ ਜਿਹੜੀ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ, ਉਹਦੀਆਂ ਆਪਣੀ ਲਾਈਫ ਤੋਂ ਬਹੁਤ ਸਾਰੀਆਂ ਡਿਮਾਂਡ ਸੀਗੀਆਂ। ਉਹ ਬਹੁਤ ਜ਼ਿਆਦਾ ਐਂਬੀਸ਼ੀਅਸ ਸੀ। ਉਹ ਚਾਹੁੰਦੀ ਸੀ ਕਿ ਉਹਦੇ ਕੋਲ ਬਹੁਤ ਸਾਰੇ ਕੱਪੜੇ ਹੋਣ, ਬਹੁਤ ਸਾਰੀ ਜਵੈਲਰੀ ਹੋਵੇ, ਬਹੁਤ ਸਾਰੀ ਡਰੈਸਿਸ ਹੋਣ, ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹੋਣ ਜਿਨ੍ਹਾਂ ਨੂੰ ਉਹ ਵੇਅਰ ਕਰ ਸਕੇ, ਖਾ ਸਕੇ, ਪੀ ਸਕੇ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਕਲਰਕ ਦੀ ਜਿਹੜੀ ਸੈਲਰੀ ਉਹ ਤੋਂ ਪੂਰੀਆਂ ਨਹੀਂ ਸੀ ਹੋ ਸਕਦੀਆਂ, ਜਿਸ ਕਰਕੇ ਉਹ ਹਮੇਸ਼ਾ ਅਨਹੈਪੀ ਰਹਿੰਦੀ ਸੀ ਔਰ ਕੰਪਲੇਂਟ ਕਰਦੀ ਰਹਿੰਦੀ ਸੀ ਆਪਣੇ ਹਸਬੈਂਡ ਨੂੰ ਕਿਸੇ ਨਾ ਕਿਸੇ ਚੀਜ਼ ਤੋਂ। ਮਟਿਲਡਾ ਆਪਣੀ ਖੂਬਸੂਰਤੀ ਵੱਲ ਵੇਖ ਕੇ ਇਹੀ ਸੋਚਦੀ ਸੀ ਕਿ ਉਹਨੂੰ ਹਰ ਇੱਕ ਲਗਜ਼ਰੀਸ ਚੀਜ਼ ਜਿਹੜੀ ਉਹ ਮਿਲਣੀ ਚਾਹੀਦੀ ਸੀ, ਬਟ ਉਹਦੀ ਪਾਵਰਟੀ ਜਿਹੜੀ ਆ ਉਹਦੇ ਕਰਕੇ ਉਹਨੂੰ ਕੀ ਕਰਨਾ ਪੈ ਰਿਹਾ ਵਾ? ਸਫਰ ਕਰਨਾ ਪੈ ਰਿਹਾ ਵਾ। ਮਟਿਲਡਾ ਆਪਣੇ ਹਸਬੈਂਡ ਦੇ ਨਾਲ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿੰਦੀ ਸੀ ਜੋ ਕਿ ਬਹੁਤ ਹੀ ਪੁਰਾਣਾ ਯੂਜ਼ ਕੀਤਾ ਹੋਇਆ ਉਹ ਡਰਟੀ ਵਾਲਸ ਵਾਲਾ ਅਪਾਰਟਮੈਂਟ ਸੀ। ਬਹੁਤ ਹੀ ਛੋਟਾ ਜਿਹਾ ਸੀ ਜਿਹਦੇ ਵਿੱਚ ਬਹੁਤ ਹੀ ਪੁਰਾਣਾ ਯੂਜ਼ ਕੀਤਾ ਹੋਇਆ ਸਮਾਨ ਸੀ ਜਿਸ ਦੇ ਵਿੱਚ ਉਹ ਰਹਿੰਦੀ ਸੀ। ਔਰ ਜਦ ਵੀ ਮਟਿਲਡਾ ਆਪਣੇ ਹਸਬੈਂਡ ਨਾਲ ਡਿਨਰ ਕਰਦੀ ਸੀ ਉਹ ਹਮੇਸ਼ਾ ਸੋਚਦੀ ਸੀ ਵੀ ਕਿਸੇ ਨਾ ਕਿਸੇ ਦਿਨ ਉਹਦੇ ਡਿਨਰ ਟੇਬਲ ਦੇ ਉੱਪਰ ਬਹੁਤ ਸਾਰੇ ਖਾਣੇ, ਬਹੁਤ ਸਾਰੀਆਂ ਵੈਰਾਈਟੀਜ਼ ਹੋਣਗੀਆਂ ਔਰ ਉਹ ਬਹੁਤ ਜ਼ਿਆਦਾ ਰਿਚ ਹੋਏਗੀ। ਮਟਿਲਡਾ ਹਮੇਸ਼ਾ ਸੋਚਦੀ ਸੀ ਕਿ ਉਹ ਕਿਸੇ ਨਾ ਕਿਸੇ ਦਿਨ ਸਿਲਵਰ ਦੇ ਭਾਂਡੇ ਦੇ ਵਿੱਚ ਵੰਨ ਸੁਵੰਨੀਆਂ ਵੈਰਾਈਟੀਜ਼ ਜਿਹੜੀਆਂ ਵਾ ਜਿਵੇਂ ਅਮੀਰਾਂ ਦੇ ਖਾਣੇ ਹੁੰਦੇ ਆ ਉਹ ਖਾਏਗੀ। ਇਸ ਤੋਂ ਇਲਾਵਾ ਵੰਨ ਸੁਵੰਨੀ ਜਵੈਲਰੀ ਜਿਹੜੀ ਉਹ ਪਹਿਨੇਗੀ, ਬਹੁਤ ਵਧੀਆ ਵਧੀਆ ਤਰੀਕੇ ਦੀ ਡਰੈਸਿਸ ਜਿਹੜੀਆਂ ਉਹ ਇੱਕ ਨਾ ਇੱਕ ਦਿਨ ਪਹਿਨੇਗੀ। ਔਰ ਇਹ ਸਾਰਾ ਕੁਛ ਉਹ ਕੀ ਕਰਦੀ ਸੀ? ਹਮੇਸ਼ਾ ਸੋਚਦੀ ਰਹਿੰਦੀ ਸੀ। ਮਟਿਲਡਾ ਦੀ ਲਾਈਫ ਜਿਹੜੀ ਸੀ ਉਹ ਬਹੁਤ ਹੀ ਜ਼ਿਆਦਾ ਪਾਵਰਟੀ ਵਾਲੀ ਸੀ, ਬਹੁਤ ਹੀ ਜ਼ਿਆਦਾ ਗਰੀਬੀ ਵਾਲੀ ਸੀ, ਬਟ ਫਿਰ ਵੀ ਉਹ ਹਮੇਸ਼ਾ ਸੋਚਾਂ ਦੇ ਵਿੱਚ ਆਪਣੇ ਆਪ ਨੂੰ ਅਮੀਰ ਜਿਹੜਾ ਹੀ ਬਣਨ ਦੇ ਸੁਪਨੇ ਲੈਂਦੀ ਰਹਿੰਦੀ ਸੀ। ਦੂਸਰੀ ਸਾਈਡ 'ਤੇ ਜੋ ਮਟਿਲਡਾ ਦਾ ਹਸਬੈਂਡ ਸੀ, ਭਾਵੇਂ ਕਿ ਉਹ ਬਹੁਤ ਜ਼ਿਆਦਾ ਪੂਅਰ ਸੀ, ਬਟ ਫਿਰ ਵੀ ਉਹ ਸੈਟਿਸਫਾਈਡ ਸੀ ਆਪਣੀ ਲਾਈਫ ਦੇ ਨਾਲ, ਕਿਉਂਕਿ ਉਹਦੀਆਂ ਲੋੜੀਂਦਾ ਜ਼ਰੂਰਤਾਂ ਜਿਹੜੀਆਂ ਸੀ ਉਹ ਪੂਰੀਆਂ ਹੋ ਰਹੀਆਂ ਸੀ, ਜਿਸ ਕਰਕੇ ਉਹ ਸੈਟਿਸਫਾਈਡ ਸੀ। ਇਸ ਕਰਕੇ ਉਹ ਹਮੇਸ਼ਾ ਖੁਸ਼ ਹੁੰਦਾ ਸੀ ਜਦੋਂ ਵੀ ਉਹਨੂੰ ਥੋੜ੍ਹਾ ਬਹੁਤਾ ਵੀ ਜੋ ਵੀ ਖਾਣ ਨੂੰ ਮਿਲਦਾ ਸੀ। ਮਿਸਟਰ ਲੋਇਜ਼ਲ ਕੋਲੋਂ ਜ਼ਿਆਦਾ ਸਮਾਨ ਤਾਂ ਨਹੀਂ ਸੀ, ਬਟ ਇੱਕ ਸਿਲਵਰ ਪੋਟ ਸੀਗੀ, ਸਿਲਵਰ ਕਲਰ ਦਾ ਬੋਲ ਸੀ ਜਿਹਦੇ ਵਿੱਚ ਉਹ ਖਾਣਾ ਰੱਖ ਕੇ ਖਾਂਦੇ ਸੀ। ਔਰ ਉਹੀ ਜਿਹੜਾ ਸਿਲਵਰ ਬੋਲ ਸੀ ਉਹਦੇ ਵਾਸਤੇ ਬਹੁਤ ਹੀ ਵੱਡੀ ਚੀਜ਼ ਸੀ ਜੋ ਕਿ ਉਹਦੀ ਫੈਮਿਲੀ ਤੋਂ ਉਹਨੂੰ ਅੱਗੇ ਮਿਲਿਆ ਸੀ। ਔਰ ਹਮੇਸ਼ਾ ਉਹ ਜਦ ਵੀ ਖਾਣਾ ਖਾਂਦੇ ਸੀ ਉਸ ਬੋਲ ਨੂੰ ਹਮੇਸ਼ਾ ਉਹਦੇ ਬਾਰੇ ਵਿੱਚ ਉਹ ਗੱਲਬਾਤ ਕਰਦੇ ਸੀ। ਇੱਕ ਵਾਰ ਦੀ ਗੱਲ ਹੈ, ਮਟਿਲਡਾ ਦੇ ਹਸਬੈਂਡ ਜਿਹੜੇ ਸੀ ਉਹ ਕਾਫੀ ਖੁਸ਼ ਸੀ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ ਇਨਵੀਟੇਸ਼ਨ ਕਾਰਡ ਸੀ ਜਿਹਦੇ ਵਿੱਚ ਮਿਨਿਸਟਰ ਦੀ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ। ਕਿਹਨੂੰ? ਮਿਸਟਰ ਔਰ ਮਿਸਿਸ ਲੋਇਜ਼ਲ ਨੂੰ। ਔਰ ਜਿਹੜਾ ਉਹਦੇ ਹਸਬੈਂਡ ਸੀ ਮਟਿਲਡਾ ਦੇ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜੀ ਮਟਿਲਡਾ ਵਾ ਉਹ ਹਮੇਸ਼ਾ ਪਾਰਟੀਜ਼ ਵਿੱਚ ਜਾਣ ਵਾਸਤੇ ਐਕਸਾਈਟਡ ਰਹਿੰਦੀ ਹੈ, ਇਸ ਲਈ ਉਹ ਹਮੇਸ਼ਾ ਕੀ ਕਰਨਾ ਚਾਹੁੰਦੀ ਸੀ? ਰਿਚ ਪੀਪਲ ਦੇ ਵਿੱਚ ਜਾਣਾ ਚਾਹੁੰਦੀ ਸੀ। ਔਰ ਉਹਦੇ ਹਸਬੈਂਡ ਨੂੰ ਇਹ ਚੀਜ਼ ਲੱਗਦੀ ਹੈ ਕਿ ਜੇਕਰ ਉਹਨੂੰ ਇਹ ਇਨਵੀਟੇਸ਼ਨ ਦਿਖਾਊਂਗਾ ਔਰ ਇਨਵਾਈਟ ਕਰੂੰਗਾ ਪਾਰਟੀ ਵਾਸਤੇ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏਗੀ। ਬਟ ਜਿਹੜੀ ਮਟਿਲਡਾ ਵਾ ਉਸ ਇਨਵੀਟੇਸ਼ਨ ਨੂੰ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੀ, ਉਹ ਬਹੁਤ ਜ਼ਿਆਦਾ ਅਪਸੈਟ ਹੋ ਜਾਂਦੀ ਆ। ਔਰ ਉਹ ਕੀ ਕਹਿੰਦੀ ਆ ਕਿ ਇਨਵੀਟੇਸ਼ਨ ਦਾ ਮੈਂ ਕੀ ਕਰਾਂ ਜਦ ਤੱਕ ਮੇਰੇ ਕੋਲੋਂ ਇੱਕ ਗੁੱਡ ਡਰੈਸ ਨਹੀਂ ਹੈਗੀ ਵੇਅਰ ਕਰਨ ਵਾਸਤੇ ਪਾਰਟੀ ਵਿੱਚ, ਨਾ ਹੀ ਮੇਰੇ ਕੋਲੋਂ ਡਰੈਸ ਆ, ਨਾ ਹੀ ਮੇਰੇ ਕੋਲੋਂ ਜਵੈਲਰੀ ਆ, ਅਤੇ ਮੈਂ ਇਸ ਇਨਵੀਟੇਸ਼ਨ ਦਾ ਕੀ ਕਰੂੰਗੀ। ਮਟਿਲਡਾ ਨੂੰ ਅਪਸੈਟ ਦੇਖ ਕੇ ਉਹਦੇ ਹਸਬੈਂਡ ਕੀ ਕਹਿੰਦੇ ਆ ਕਿ ਤੂੰ ਇੱਦਾਂ ਕਰ, ਮੈਂ ਤੈਨੂੰ ਕੁਛ ਪੈਸੇ ਦਿੰਦਾ ਵਾ ਨਿਊ ਡਰੈਸ ਪਰਚੇਜ਼ ਕਰਨ ਵਾਸਤੇ, ਤੂੰ ਇੱਕ ਨਿਊ ਡਰੈਸ ਲੈ ਲਾ। ਔਰ ਉਹ ਪੁੱਛਦੇ ਆ ਕਿੰਨੇ ਕੁ ਪੈਸੇ ਲੱਗਣਗੇ ਤੈਨੂੰ ਨਿਊ ਡਰੈਸ ਲੈਣ ਵਾਸਤੇ? ਔਰ ਮਟਿਲਡਾ ਕਹਿੰਦੀ ਆ 100 ਫ੍ਰਾਂਸਿਸ ਲੱਗਣਗੇ। ਇੰਨੇ ਪੈਸੇ ਜਿਹੜੇ ਸੀ ਮਿਸਟਰ ਲੋਇਲ ਨੇ
ਲੋਇਸਲ ਨੇ ਕੀ ਕੀਤੇ ਸੀ, ਜੋੜੇ ਸੀ ਕਾਹਦੇ ਵਾਸਤੇ, ਇੱਕ ਗਨ ਖਰੀਦਣ ਵਾਸਤੇ, ਤਾਂ ਜੋ ਉਹ ਸ਼ਿਕਾਰ ਕਰ ਸਕਣ। ਹੁਣ ਉਹ ਕੀ ਕਰਦੇ ਆ, ਆਪਣੀ ਸੇਵਿੰਗ ਦੇ ਵਿੱਚੋਂ ਜਿੰਨੇ ਉਹਨਾਂ ਨੇ ਪੈਸੇ ਜੋੜੇ ਸੀ ਉਹ ਸਾਰੇ ਦੇ ਦਿੰਦੇ ਆ ਕਿਹਨੂੰ, ਮਟਿਲਡਾ ਨੂੰ। ਕਾਹਦੇ ਵਾਸਤੇ, ਤਾਂ ਜੋ ਇੱਕ ਨਵੀਂ ਡਰੈਸ ਲੈ ਸਕੇ ਔਰ ਉਹ ਪਾਰਟੀ ਦੇ ਵਿੱਚ ਜਾ ਸਕੇ। ਹੁਣ ਮਟਿਲਡਾ ਜਿਹੜੀ ਆ ਹੰਡਰ ਫ੍ਰਾਂਸਿਸ ਦੀ ਇੱਕ ਨਵੀਂ ਡਰੈਸ ਲੈ ਕੇ ਆਉਂਦੀ ਆ। ਘਰ ਵਾਪਸ ਆ ਕੇ ਮਟਿਲਡਾ ਫਿਰ ਤੋਂ ਅਪਸੈਟ ਹੋ ਜਾਂਦੀ ਆ, ਬਹੁਤ ਸੈਡ ਹੋ ਜਾਂਦੀ ਆ, ਕਿਉਂਕਿ ਉਹਨੇ ਨਿਊ ਡਰੈਸ ਤਾਂ ਪਰਚੇਜ਼ ਕਰ ਲਈ ਸੀ ਬਟ ਉਹਦੇ ਕੋਲੋਂ ਜਵੈਲਰੀ ਨਹੀਂ ਸੀ ਜੋ ਉਸ ਡਰੈਸ ਨਾਲ ਮੈਚ ਕਰ ਸਕੇ। ਔਰ ਉਹਦੇ ਹਸਬੈਂਡ ਕੀ ਸੁਜੈਸਟ ਕਰਦੇ ਕਿ ਤੂੰ ਕੀ ਕਰ, ਇੱਕ ਫਲਾਰਸ ਦੀ ਬਣੀ ਹੋਈ ਜਵੈਲਰੀ ਪਾ ਲਾ। ਬਟ ਜਿਹੜੀ ਮਟਿਲਡਾ ਉਹ ਕੀ ਕਹਿੰਦੀ ਹੈ ਕਿ ਨਹੀਂ, ਇਹ ਚੰਗੀ ਨਹੀਂ ਲੱਗੂਗੀ, ਔਡ ਲੱਗੂਗੀ, ਇਸ ਲਈ ਮੈਂ ਇਵੇਂ ਦੀ ਜਵੈਲਰੀ ਨਹੀਂ ਪਾਊਂਗੀ। ਫਿਰ ਉਹ ਕਾਫੀ ਦੇਰ ਤੱਕ ਅਪਸੈਟ ਰਹਿੰਦੀ ਆ ਔਰ ਜਿਹੜੇ ਮਟਿਲਡਾ ਦੇ ਹਸਬੈਂਡ ਆ ਉਹ ਕੀ ਸੁਜੈਸਟ ਕਰਦੇ ਆ ਕਿ ਤੂੰ ਆਪਣੀ ਫਰੈਂਡ ਕੋਲ ਚਲੀ ਜਾ, ਫਰੋਸਟੀਅਰ ਦੇ ਕੋਲ, ਤੇ ਉਹਦੇ ਕੋਲੋਂ ਕੋਈ ਨਾ ਕੋਈ ਜਵੈਲਰੀ ਲੈ ਲਾ ਪਾਉਣ ਵਾਸਤੇ। ਹੁਣ ਮਟਿਲਡਾ ਕਾਫੀ ਖੁਸ਼ ਸੀ ਔਰ ਆਪਣੀ ਫਰੋਸਟੀਅਰ ਫਰੈਂਡ ਕੋਲ ਜਾ ਕੇ ਇੱਕ ਜਵੈਲਰੀ ਮੰਗਦੀ ਆ ਔਰ ਉਹਦੀ ਫਰੋਸਟੀਅਰ ਜਿਹੜੀ ਫਰੈਂਡ ਸੀ ਉਹ ਕੀ ਕਹਿੰਦੀ ਹੈ ਕਿ ਜਿੰਨੀ ਵੀ ਜਵੈਲਰੀ ਪਈ ਆ ਤੂੰ ਦੇਖ ਲਾ, ਜੋ ਵੀ ਤੈਨੂੰ ਪਸੰਦ ਆ ਤੂੰ ਲੈ ਜਾ। ਹੁਣ ਜਿਹੜੀ ਮਟਿਲਡਾ ਵਾ ਉਹਨੂੰ ਇੱਕ ਛੋਟਾ ਜਿਹਾ ਨੈਕਲੈਸ ਜਿਹੜਾ ਸੀ ਬਹੁਤ ਵਧੀਆ ਡਾਇਮੰਡ ਦਾ ਬਣਿਆ ਹੋਇਆ ਸੀ ਉਹ ਪਸੰਦ ਆ ਜਾਂਦਾ ਵਾ ਔਰ ਉਹ ਕੀ ਕਰਦੀ ਆ, ਉਹ ਜਿਹੜਾ ਨੈਕਲੈਸ ਲੈ ਕੇ ਪਾਰਟੀ ਦੇ ਵਿੱਚ ਚਲੇ ਜਾਂਦੀ ਆ। ਮਟਿਲਡਾ ਜੋ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਖੂਬਸੂਰਤ ਸੀ, ਜਦੋਂ ਨੈਕਲੈਸ ਪਾਉਂਦੀ ਆ ਤਾਂ ਉਹਦੀ ਖੂਬਸੂਰਤੀ ਜਿਹੜੀ, ਉਹਦੀ ਬਿਊਟੀਫੁਲ ਜਿਹੜੀ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਆ। ਔਰ ਜਦੋਂ ਹੋਰ ਜ਼ਿਆਦਾ ਖੂਬਸੂਰਤ ਲੱਗਦੀ ਆ, ਪਾਰਟੀ ਦੇ ਵਿੱਚ ਜਿੰਨੇ ਵੀ ਜੈਂਟ ਸੀਗੇ ਸਾਰੇ ਉਹਨਾਂ ਨਾਲ ਡਾਂਸ ਕਰਨਾ ਚਾਹੁੰਦੇ ਸੀ। ਈਵਨ ਲੇਡੀਜ਼ ਜਿਹੜੀਆਂ ਸੀ ਉਹ ਪ੍ਰੇਜ਼ ਕਰਦੀਆਂ ਪਈਆਂ ਸੀ ਕਿਹਦੀ, ਮਟਿਲਡਾ ਦੀ, ਕਿਉਂਕਿ ਉਹ ਬਹੁਤ ਜ਼ਿਆਦਾ ਪ੍ਰੀਟੀ ਲੱਗਦੀ ਪਈ ਸੀ। ਸਾਰੀ ਪਾਰਟੀ ਦਾ ਧਿਆਨ ਕਿਹਦੇ ਵੱਲ ਸੀ, ਮਟਿਲਡਾ ਵੱਲ ਸੀ। ਹੁਣ ਮਟਿਲਡਾ ਬਹੁਤ ਜ਼ਿਆਦਾ ਖੁਸ਼ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਦੋਨੋਂ ਹਸਬੈਂਡ ਵਾਈਫ ਜਦੋਂ ਬਾਹਰ ਆ ਜਾਂਦੇ ਆ ਪਾਰਟੀ ਤੋਂ, ਉਸ ਤੋਂ ਬਾਅਦ ਮਟਿਲਡਾ ਔਰ ਉਹਦੇ ਹਸਬੈਂਡ ਜਿਹੜੇ ਆ ਦੋਨੋਂ ਵਾਪਸ ਆਉਣ ਲਈ ਤਿਆਰ ਹੋ ਜਾਂਦੇ ਆ ਪਾਰਟੀ ਦੇ ਵਿੱਚੋਂ। ਕਰੀਬ 4 ਵਜੇ ਦਾ ਟਾਈਮ ਹੋ ਜਾਂਦਾ ਵਾ ਰਾਤ ਦੇ, ਜਦੋਂ ਉਹ ਕੀ ਕਰਦੇ ਆ, ਵਾਪਸ ਆਉਣ ਲਈ ਬਾਹਰ ਨੂੰ ਆਉਂਦੇ ਆ। ਔਰ ਮਟਿਲਡਾ ਜਿਹੜਾ ਹਸਬੈਂਡ ਵਾ ਉਹ ਕੀ ਕਰਦਾ, ਇੱਕ ਛੋਟਾ ਜਿਹਾ ਸਕਾਰਫ ਉਹਦੇ ਡਰੈਸ ਦੇ ਆਲੇ ਦੁਆਲੇ ਔਰ ਉਹਦੇ ਮੋਢਿਆਂ ਦੇ ਉੱਪਰ ਰੱਖ ਦਿੰਦਾ ਵਾ ਤਾਂ ਜੋ ਉਹਨੂੰ ਠੰਡ ਨਾ ਲੱਗੇ। ਮਟਿਲਡਾ ਜਿਹੜੀ ਆ ਇਸ ਸਕਾਰਫ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ, ਉਹ ਉਸੇ ਵੇਲੇ ਉਹ ਸਕਾਰਫ ਜਿਹੜਾ ਵਾ ਉਤਾਰ ਦਿੰਦੀ ਆ। ਇੰਨੀ ਦੇਰ ਦੇ ਵਿੱਚ ਮਟਿਲਡਾ ਦਾ ਹਸਬੈਂਡ ਜਿਹੜਾ ਇੱਕ ਕੈਬ ਨੂੰ ਬੁਲਾਉਂਦੇ ਆ, ਕੈਬ ਨੂੰ ਬੁਲਾ ਕੇ ਦੋਨੋਂ ਉਹਦੇ ਵਿੱਚ ਬੈਠ ਕੇ ਵਾਪਸ ਘਰ ਆ ਜਾਂਦੇ ਆ। ਹੁਣ ਮਟਿਲਡਾ ਦਾ ਹਸਬੈਂਡ ਜਿਹੜੇ ਸੀ ਉਹ ਸੌਂ ਚੁੱਕੇ ਸੀ ਕਿਉਂਕਿ ਕਾਫੀ ਥੱਕ ਚੁੱਕੇ ਸੀ। ਹੁਣ ਜਿਹੜੀ ਮਟਿਲਡਾ ਸੀ ਉਹ ਕੀ ਕਰਨਾ ਚਾਹੁੰਦੀ ਸੀ, ਇੱਕ ਵਾਰੀ ਆਪਣੇ ਆਪ ਨੂੰ, ਇੰਨੀ ਖੂਬਸੂਰਤ ਉਹ ਲੱਗਦੀ ਪਈ ਸੀ, ਉਹ ਇੱਕ ਵਾਰੀ ਮਿਰਰ ਦੇ ਵਿੱਚ ਆਪਣੇ ਆਪ ਨੂੰ ਦੇਖਣਾ ਚਾਹੁੰਦੀ ਸੀ ਤਾਂ ਜੋ ਉਹਨੂੰ ਪਤਾ ਚੱਲ ਸਕੇ ਕਿ ਉਹ ਕਿੰਨੀ ਜ਼ਿਆਦਾ ਖੂਬਸੂਰਤ ਲੱਗਦੀ ਪਈ ਆ। ਔਰ ਜਦੋਂ ਇਹ ਚੀਜ਼ ਉਹ ਵੇਖਦੀ ਆ ਮਿਰਰ ਦੇ ਵਿੱਚ, ਆਪਣੀ ਜਿਹੜੀ ਖੂਬਸੂਰਤੀ ਉਹਨੂੰ ਦੇਖਦੀ ਆ, ਅਤੇ ਉਹ ਕੀ ਨੋਟਿਸ ਕਰਦੀ ਆ ਕਿ ਉਹਦੇ ਗਲੇ ਦੇ ਵਿੱਚ ਉਹ ਨੈਕਲੈਸ ਨਹੀਂ ਸੀ। ਉਹ ਨੈਕਲੈਸ ਜਿਹੜਾ ਸੀ ਉਹ ਕਿਤੇ ਗੁੰਮ ਹੋ ਚੁੱਕਾ ਸੀ। ਮਟਿਲਡਾ ਔਰ ਉਹਦਾ ਹਸਬੈਂਡ ਜਿਹੜੇ ਆ ਦੋਨੋਂ ਜਾਣੇ ਸਾਰੀ ਰਾਤ, ਜਿਹੜਾ ਮਾਰਨਿੰਗ ਦਾ ਟਾਈਮ ਸੀ 4 ਵਜੇ ਤੋਂ ਬਾਅਦ, ਉਹ ਕੀ ਕਰਦੇ ਆ, ਸਾਰਾ ਟਾਈਮ ਲੰਘਾ ਦਿੰਦੇ ਆ ਕਾਹਦੇ ਵਾਸਤੇ, ਨੈਕਲੈਸ ਨੂੰ ਲੱਭਣ ਵਾਸਤੇ। ਬਟ ਉਹ ਨੈਕਲੈਸ ਜਿਹੜਾ ਵਾ ਘਰ ਦੇ ਵਿੱਚ ਵੀ ਦੇਖਦੇ ਆ, ਘਰ ਤੋਂ ਬਾਹਰ ਵੀ ਦੇਖਦੇ ਆ, ਉਹ ਰਸਤੇ 'ਤੇ ਵੀ ਜਾਂਦੇ ਜਿੱਥੋਂ ਵਾਪਸ ਆਏ ਸੀ। ਹੁਣ ਕਾਫੀ ਦੇਰ ਤੱਕ ਉਹ ਕੀ ਕਰਦੇ ਆ, ਨੈਕਲੈਸ ਨੂੰ ਫਾਈਂਡ ਆਊਟ ਕਰਦੇ ਆ ਬਟ ਉਹ ਨੈਕਲੈਸ ਵਾਪਸ ਨਹੀਂ ਮਿਲਦਾ। ਹੁਣ ਮਟਿਲਡਾ ਜਿਹੜੀ ਸੀ ਉਹ ਬਹੁਤ ਜ਼ਿਆਦਾ ਅਪਸੈਟ ਸੀ। ਉਹਨੂੰ ਲੱਗਦਾ ਸੀ ਕਿ ਜੇਕਰ ਉਹਦੀ ਫਰੈਂਡ ਨੂੰ ਇਹ ਗੱਲ ਪਤਾ ਚੱਲ ਗਈ ਤਾਂ ਉਹ ਬਹੁਤ ਜ਼ਿਆਦਾ ਅਪਸੈਟ ਹੋਏਗੀ, ਕਿਉਂਕਿ ਉਹਨੂੰ ਇਹ ਲੱਗੇਗਾ ਕਿ ਸ਼ਾਇਦ ਮਟਿਲਡਾ ਕੀ ਕਰਨਾ ਚਾਹੁੰਦੀ, ਉਹ ਨੈਕਲੈਸ ਵਾਪਸ ਨਹੀਂ ਕਰਨਾ ਚਾਹੁੰਦੀ, ਇਸ ਲਈ ਉਹ ਕੀ ਬਹਾਨਾ ਲਾ ਰਹੀ ਆ ਵੀ ਉਹਨੇ ਗੁੰਮ ਕਰ ਦਿੱਤਾ। ਔਰ ਇਹ ਗੱਲ ਜਦੋਂ ਉਹਨੂੰ ਪਤਾ ਚੱਲੇਗੀ ਫਰੋਸਟੀਅਰ ਨੂੰ, ਤਾਂ ਉਹ ਕੀ ਕਹਿੰਦੀ ਆ ਕਿ ਉਹ ਕੀ ਹੋਏਗੀ, ਮੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਹੋਏਗੀ। ਇਸ ਲਈ ਜਿਹੜੀ ਮਟਿਲਡਾ ਵਾ ਉਹ ਕੀ ਕਰਦੀ ਆ, ਹਰ ਇੱਕ ਪੋਸੀਬਲ ਜੋ ਵੀ ਉਹ ਕਰ ਸਕਦੀ ਸੀ ਉਹ ਸਾਰਾ ਕੁਛ ਉਹ ਇੱਧਰ ਉੱਧਰ ਜਾ ਕੇ ਲੱਭਦੀ ਆ, ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ, ਬਟ ਜਿਹੜਾ ਨੈਕਲੈਸ ਉਹ ਵਾਪਸ ਨਹੀਂ ਮਿਲਦਾ। ਫਿਰ ਉਹ ਲਾਸਟ ਵਿੱਚ ਕੀ ਸੁਜੈਸ਼ਨ ਦਿੰਦੇ ਆ ਇੱਕ ਦੂਜੇ ਨੂੰ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਵਾ, ਉਹਦੇ ਨਾਲ ਦਾ ਹੀ ਰਲਦਾ ਮਿਲਦਾ ਨੈਕਲੈਸ ਜਿਹੜਾ ਉਹ ਪਰਚੇਜ਼ ਕਰਨਾ ਚਾਹੀਦਾ ਵਾ ਤਾਂ ਜੋ ਉਹ ਉਹਨੂੰ ਵਾਪਸ ਸਕਣ। ਹੁਣ ਦੋਨੋਂ ਹਸਬੈਂਡ ਵਾਈਫ ਜਿਹੜੇ ਆ ਮਾਰਕੀਟ ਵਿੱਚ ਜਾਂਦੇ ਔਰ ਸੇਮ ਇਹ ਤਰ੍ਹਾਂ ਦਾ ਜਿਹੜਾ ਨੈਕਲੈਸ ਵਾ ਉਹਨੂੰ ਲੱਭਦੇ ਆ ਔਰ ਲੱਭਣ ਤੋਂ ਬਾਅਦ ਉਹਦਾ ਪ੍ਰਾਈਸ ਵਗੈਰਾ ਜਿਹੜਾ ਪਤਾ ਕਰਦੇ ਆ ਅਤੇ ਉਹ ਕਿੰਨਾ ਪ੍ਰਾਈਸ ਸੀ ਉਹਦਾ। ਸੇਮ ਨੈਕਲੈਸ ਉਹਨੂੰ ਮਿਲ ਜਾਂਦਾ ਵਾ ਜਿਹਦਾ ਪ੍ਰਾਈਸ ਸੀ 40,000 ਫਰੈਂਚ। ਔਰ ਮਟਿਲਡਾ ਜਿਹੜੀ ਆ ਕਾਫੀ ਤਰਲੇ ਕੱਢਦੀ ਆ, ਕਾਫੀ ਮਿੰਨਤਾਂ ਕਰਦੀ ਆ ਔਰ ਜਿਹੜਾ ਉੱਥੋਂ ਦਾ ਓਨਰ ਸੀ ਉਹਦੇ ਕੋਲੋਂ ਮਨਾ ਲੈਂਦੀ ਆ ਪਰਚੇਜ਼ ਕਰਨ ਵਿੱਚ 36,000 ਦੇ ਵਿੱਚ। ਹੁਣ ਉਹ ਕੀ ਕਰਦੇ ਆ, ਇੱਧਰੋਂ ਉੱਧਰੋਂ ਪੈਸੇ ਇਕੱਠੇ ਕਰਦੇ ਆ, ਕੁਝ ਪੈਸੇ ਉਹਨਾਂ ਕੋਲੋਂ ਹੈਗੇ ਸੀ ਔਰ ਕੁਛ ਉਹ ਇੱਧਰੋਂ ਉੱਧਰੋਂ ਉਧਾਰ ਲੈਂਦੇ ਆ ਔਰ ਉਹ ਜਿਹੜਾ ਨੈਕਲੈਸ ਵਾ 36,000 ਦੇ ਵਿੱਚ ਪਰਚੇਜ਼ ਕਰ ਲੈਂਦੇ ਆ। ਦੂਸਰਾ ਨੈਕਲੈਸ ਪਰਚੇਜ਼ ਕਰਨ ਤੋਂ ਬਾਅਦ ਜਿਹੜੀ ਮਟਿਲਡਾ ਵਾ ਫਰੋਸਟੀਅਰ ਨੂੰ ਨੈਕਲੈਸ ਦੇ ਕੇ ਆਉਂਦੀ ਆ ਔਰ ਫਰੋਸਟੀਅਰ ਉਹ ਬਾਕਸ ਨੂੰ ਓਪਨ ਨਹੀਂ ਕਰਦੀ, ਉਸੇ ਤਰ੍ਹਾਂ ਹੀ ਉਹ ਨੈਕਲੈਸ ਰੱਖ ਲੈਂਦੀ ਆ। ਉਸ ਤੋਂ ਬਾਅਦ ਜਿਹੜੀ ਮਟਿਲਡਾ ਵਾ ਉਹਦੀ ਲਾਈਫ ਕੀ ਹੋ ਜਾਂਦੀ ਹੈ, ਟੋਟਲੀ ਚੇਂਜ ਹੋ ਜਾਂਦੀ ਹੈ, ਕਿਉਂਕਿ ਉਹਨੇ ਬਹੁਤ ਸਾਰਾ ਪੈਸਾ ਉਧਾਰ ਲਿਆ ਸੀ ਕਾਹਦੇ ਵਾਸਤੇ, ਉਸ ਨੈਕਲੈਸ ਨੂੰ ਪਰਚੇਜ਼ ਕਰਨ ਵਾਸਤੇ, ਉਸ ਨੈਕਲੈਸ ਨੂੰ ਵਾਪਸ ਕਰਨ ਵਾਸਤੇ।
ਹੁਣ ਜਿਹੜੀ ਮਟਿਲਡਾ ਸੀ ਉਹ ਪਹਿਲਾਂ ਹੀ ਗਰੀਬ ਸੀ, ਹੁਣ ਉਹਦੀ ਜਿਹੜੀ ਗਰੀਬੀ ਆ ਦੁੱਗਣੀ ਹੋ ਜਾਂਦੀ ਆ ਔਰ ਉਹ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਗਰੀਬ ਹੋ ਜਾਂਦੀ ਆ। ਜਿਹੜੀ ਉਹਦੀ ਖੂਬਸੂਰਤੀ ਸੀ ਟੈਨਸ਼ਨਸ ਦੇ ਵਿੱਚ, ਕੰਮ ਦੇ ਵਿੱਚ ਕੀ ਹੋ ਜਾਂਦੀ ਆ, ਡਿਸਟਰੋਏ ਹੋ ਜਾਂਦੀ ਆ। ਔਰ ਜਿਹੜਾ ਵੀ ਘਰ ਦਾ ਸਮਾਨ ਸੀ ਉਹ ਸਾਰਾ ਹੀ ਉਹਨੂੰ ਵੇਚਣਾ ਪੈਂਦਾ ਵਾ, ਕਾਹਦੇ ਵਾਸਤੇ, ਪੈਸੇ ਪੂਰੇ ਕਰਨ ਵਾਸਤੇ। ਹੁਣ ਉਹ ਵੱਡਾ ਅਪਾਰਟਮੈਂਟ ਛੱਡ ਕੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਔਰ ਉਹ ਛੋਟੇ ਜਿਹੇ ਘਰ ਦੇ ਵਿੱਚ ਵੀ ਉਹਨੂੰ, ਮਟਿਲਡਾ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਸੀ। ਸਾਰਾ ਦਿਨ ਉਹ ਕੰਮ ਕਰਦੀ ਸੀ। ਈਵਨ ਜਿਹੜੇ ਉਹਦੇ ਹਸਬੈਂਡ ਸੀ ਉਹਨੂੰ ਵੀ 2-2 ਸ਼ਿਫਟਾਂ ਦੇ ਵਿੱਚ ਕੰਮ ਕਰਕੇ ਪੈਸੇ ਇਕੱਠੇ ਕਰਨੇ ਪੈ ਰਹੇ ਸੀ, ਜੋ ਉਹਨਾਂ ਨੇ ਇੱਕ ਦੂਜੇ ਕੋਲੋਂ, ਲੋਕਾਂ ਕੋਲੋਂ ਉਧਾਰ ਲਏ ਸੀ। ਔਰ ਉਹ ਪੂਰੇ ਕਰਕੇ ਕੀ ਕਰਦੇ ਪਏ ਸੀ, ਆਪਣਾ ਕਰਜ਼ਾ ਉਤਾਰਦੇ ਪਏ ਸੀ। ਔਰ ਇਹਦੇ ਵਿੱਚ ਦੋਨਾਂ ਨੂੰ ਬਹੁਤ ਹੀ ਜ਼ਿਆਦਾ ਗਰੀਬੀ ਦਾ, ਬਹੁਤ ਹੀ ਜ਼ਿਆਦਾ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੀ ਕਾਫੀ ਸਾਰੇ ਸਾਲ ਜਿਹੜੇ ਆ, ਮਤਲਬ ਕਾਫੀ ਜ਼ਿੰਦਗੀ ਜਿਹੜੀ ਉਹਨਾਂ ਦੀ ਲੰਘ ਜਾਂਦੀ ਹੈ ਸਿਰਫ ਇਸ ਉਧਾਰ ਨੂੰ ਉਤਾਰਨ ਦੇ ਵਿੱਚ। ਹੁਣ ਇੱਕ ਦਿਨ ਜਿਹੜੀ ਮਟਿਲਡਾ ਵਾ ਸਡਨਲੀ ਮਿਲਦੀ ਆ ਆਪਣੀ ਪੁਰਾਣੀ ਫਰੈਂਡ ਨੂੰ, ਫਰਸਟ ਈਅਰ ਨੂੰ। ਜਿਹੜੀ ਫਰਸਟ ਈਅਰ ਸੀ ਓਨੀ ਹੀ ਜ਼ਿਆਦਾ ਖੂਬਸੂਰਤ ਸੀ ਜਿੰਨੀ ਉਹ ਪਹਿਲਾਂ ਸੀ, ਬਟ ਜਿਹੜੀ ਮਟਿਲਡਾ ਸੀ ਉਹਦੀ ਖੂਬਸੂਰਤੀ ਟੋਟਲੀ ਡਿਸਟਰੋਏ ਹੋ ਚੁੱਕੀ ਸੀ ਔਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬੁੱਢੀ ਹੋ ਚੁੱਕੀ ਸੀ। ਉਹਦੇ ਵਾਲ ਜਿਹੜੇ ਸੀ ਉਹ ਵਾਈਟ ਹੋ ਚੁੱਕੇ ਸੀ। ਈਵਨ ਜਦੋਂ ਉਹਨੂੰ ਦੇਖਦੀ ਆ ਫਰਸਟ ਈਅਰ ਨੂੰ, ਫਰਸਟ ਈਅਰ ਜਿਹੜੀ ਉਹਨੂੰ ਪਹਿਚਾਣ ਨਹੀਂ ਪਾਉਂਦੀ, ਉਹਨੂੰ ਪੁੱਛਦੀ ਆ ਕਿ ਤੂੰ ਕੌਣ। ਫਿਰ ਜਿਹੜੀ ਮਟਿਲਡਾ ਵਾ ਆਪਣੇ ਬਾਰੇ 'ਚ ਦੱਸਦੀ ਆ ਕਿ ਮੈਂ ਉਹੀ ਹਾਂ ਜਿਹਨੇ ਇੱਕ ਵਾਰੀ ਤੇਰੇ ਕੋਲੋਂ ਨੈਕਲੈਸ ਲਿਆ ਸੀ। ਹੁਣ ਉਹ ਇਹ ਵੀ ਚੇਤਾ ਕਰਾਉਂਦੀ ਹੈ ਕਿ ਤੈਨੂੰ ਯਾਦ ਆ ਉਹ ਨੈਕਲੈਸ ਜਿਹੜਾ ਮੈਂ ਪਾਰਟੀ ਵਿੱਚ ਪਾਉਣ ਵਾਸਤੇ ਲਿਆ ਸੀ। ਹੁਣ ਉਹ ਫਰਸਟ ਈਅਰ ਕੀ ਕਹਿੰਦੀ ਹੈ ਕਿ ਹਾਂ ਮੈਨੂੰ ਯਾਦ ਆ ਜੋ ਤੂੰ ਮੈਨੂੰ ਵਾਪਸ ਕੀਤਾ ਸੀ। ਹੁਣ ਮਟਿਲਡਾ ਦੱਸਦੀ ਹੈ ਕਿ ਉਹਨੇ ਕਿੰਨੇ ਪੈਸੇ ਜਿਹੜੇ ਆ ਪੇ ਕੀਤੇ ਆ, 36,000 ਫਰੈਂਕਸ ਉਹਨੇ ਪੇ ਕੀਤੇ ਆ ਉਸ ਨੈਕਲੈਸ ਨੂੰ ਰਿਪਲੇਸ ਕਰਨ ਵਿੱਚ, ਕਿਉਂਕਿ ਉਹ ਉਹਦੇ ਕੋਲੋਂ ਗੁੰਮ ਹੋ ਗਿਆ ਸੀ। ਹੁਣ ਉਹ ਦੱਸਦੀ ਹੈ ਕਿ ਮੈਂ ਇੰਨੇ ਹਜ਼ਾਰ ਰੁਪਏ ਜਿਹੜੇ ਆ ਉਹ ਨੈਕਲੈਸ ਨੂੰ ਵਾਪਸ ਕਰਨ ਵਿੱਚ ਪਰਚੇਜ਼ ਕੀਤੇ ਆ ਔਰ ਜਿਹਦੇ ਵਾਸਤੇ ਉਹਨੂੰ ਅਗਲੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੀ ਕਰਨਾ ਪਿਆ ਵਾ, ਹਾਰਡ ਵਰਕ ਕਰਨਾ ਪਿਆ ਵਾ। ਇਹ ਸਾਰੀਆਂ ਗੱਲਾਂ ਸੁਣ ਕੇ ਜਿਹੜੀ ਫਰਸਟ ਈਅਰ ਆ ਬਹੁਤ ਹੀ ਜ਼ਿਆਦਾ ਸ਼ੌਕਡ ਹੋ ਜਾਂਦੀ ਆ, ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਡ ਹੋ ਜਾਂਦੀ ਆ ਅਤੇ ਉਹਨੂੰ ਬੜਾ ਤਰਸ ਆਉਂਦਾ ਵਾ ਕਿਹਦੇ ਉੱਪਰ, ਮਟਿਲਡਾ ਦੇ ਉੱਪਰ। ਔਰ ਦੋਨੋਂ ਹੱਥ ਜੋੜ ਕੇ ਉਹਨੂੰ ਮਿਲਦੀ ਆ ਅਤੇ ਗੱਲ ਦੇ ਨਾਲ ਲਾਉਂਦੀ ਆ ਅਤੇ ਕਹਿੰਦੀ ਆ ਕਿ ਮਟਿਲਡਾ ਉਹ ਜਿਹੜਾ ਨੈਕਲੈਸ ਸੀ ਉਹ 36,000 ਫਰੈਂਕਸ ਦਾ ਨਹੀਂ ਸੀ, ਉਹ ਸਿਰਫ ਕਰੀਬ 5,000 ਫਰੈਂਕ ਦਾ ਸੀ। ਉਹ ਇੰਨਾ ਜ਼ਿਆਦਾ ਮਹਿੰਗਾ ਨਹੀਂ ਸੀ। ਉਹ ਡੁਪਲੀਕੇਟ ਡਾਇਮੰਡ ਸੀਗੇ ਜੋ ਕਿ ਜਸਟ ਸ਼ਾਈਨਿੰਗ ਵਾਸਤੇ ਸੀਗੇ, ਰੀਅਲ ਡਾਇਮੰਡ ਨਹੀਂ ਸੀ, ਉਹ ਇੱਕ ਆਰਟੀਫਿਸ਼ੀਅਲ ਨੈਕਲੇਸ ਸੀ। ਔਰ ਇਹ ਗੱਲ ਜਦੋਂ ਮਟਿਲਡਾ ਨੂੰ ਪਤਾ ਚੱਲਦੀ ਆ ਉਹ ਬਹੁਤ ਜ਼ਿਆਦਾ ਸ਼ੌਕਡ ਹੋ ਜਾਂਦੀ ਆ। ਪਹਿਲਾਂ ਉਹਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ ਸੀ, ਉਹਨੇ 36,000 ਫਰੈਂਕਸ ਦਾ ਜਿਹੜਾ ਨੈਕਲੇਸ ਉਹਨੂੰ ਖਰੀਦ ਕੇ ਦਿੱਤਾ, ਵਾਪਸ ਕੀਤਾ। ਹੁਣ ਉਹਨੂੰ ਆਪਣੇ ਆਪ 'ਤੇ ਗੁੱਸਾ ਆਉਂਦਾ ਵਾ ਕਿ ਉਹਨੇ ਇੰਨੀ ਜ਼ਿੰਦਗੀ ਲਗਾ ਦਿੱਤੀ ਕਾਹਦੇ ਵਾਸਤੇ, ਉਸ ਨੈਕਲੇਸ ਨੂੰ ਜਿਹੜੇ ਉਹਨੇ ਪੈਸੇ ਉਧਾਰ ਲਏ ਸੀ ਉਹ ਪੂਰੇ ਕਰਨ ਵਾਸਤੇ, ਜੋ ਕਿ ਕੀ ਸੀ, ਡੁਪਲੀਕੇਟ ਸੀ, ਆਰਟੀਫਿਸ਼ੀਅਲ ਸੀ। ਹੁਣ ਉਹ ਸੋਚਦੀ ਪਈ ਆ, ਉਹਦੇ ਦਿਮਾਗ ਦੇ ਵਿੱਚ ਗੱਲ ਆਉਂਦੀ ਆ ਕਿ ਇਨਸਾਨ ਨੂੰ ਹਮੇਸ਼ਾ ਉਹਨਾਂ ਹਾਲਾਤਾਂ 'ਚ ਖੁਸ਼ ਰਹਿਣਾ ਚਾਹੀਦਾ ਵਾ ਜਿਵੇਂ ਦੀ ਉਹਨੂੰ ਜ਼ਿੰਦਗੀ ਰੱਬ ਨੇ ਦਿੱਤੀ ਹੋਵੇ, ਬਲਕਿ ਜਿਹੜੀ ਇਮੈਜੀਨੇਸ਼ਨ ਉਹਦੇ 'ਚ ਗਵਾਚੇ ਨਹੀਂ ਰਹਿਣਾ ਚਾਹੀਦਾ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਪਿੱਛੇ ਇੰਨਾ ਪਾਗਲ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਇਹਨੇ ਆਪਣੀ ਇੰਨੇ ਸਾਲ ਲੰਘਾ ਦਿੱਤੇ ਉਸ ਨੈਕਲੈਸ ਦੇ ਕਰਕੇ, ਉਸ ਝੂਠੀ ਜ਼ਿੰਦਗੀ ਕਰਕੇ। ਜੇਕਰ ਉਹ ਪਹਿਲਾਂ ਹੀ ਲਾਲਚ ਨਾ ਕਰਦੀ ਤਾਂ ਉਹਨੂੰ ਇੰਨੇ ਸਾਲ ਜਿਹੜੇ ਸੀ ਆਪਣੇ ਵੇਸਟ ਨਹੀਂ ਸੀ ਕਰਨੇ ਪੈਣੇ ਔਰ ਉਹਨੇ ਖੁਸ਼ ਹੋਣਾ ਸੀ ਆਪਣੀ ਲਾਈਫ ਦੇ ਵਿੱਚ। ਜੇਕਰ ਉਹ ਸੈਟਿਸਫਾਈਡ ਹੁੰਦੀ ਆਪਣੀ ਉਸ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਉਹਦਾ ਗੁਜ਼ਾਰਾ ਹੁੰਦਾ ਜਾ ਰਿਹਾ ਸੀ, ਅਤੇ ਉਹਨੂੰ ਇੰਨੇ ਮਾੜੇ ਦਿਨ ਜਿਹੜੇ ਸੀ ਉਹ ਦੇਖਣੇ ਨਹੀਂ ਸੀ ਪੈਣੇ, ਇੰਨੀ ਮਾੜੀ ਹਾਲਤ ਨਹੀਂ ਸੀ ਉਹਦੀ ਹੋਣੀ, ਉਹਦੀ ਖੂਬਸੂਰਤੀ ਡਿਸਟਰੋਏ ਨਹੀਂ ਸੀ ਹੋਣੀ। ਪਰ ਹੁਣ ਉਹਨੇ ਇੰਨੇ ਸਾਲ ਗਵਾ ਦਿੱਤੇ ਸਿਰਫ ਆਪਣੀ ਮੂਰਖਤਾ ਦੇ ਕਰਕੇ। ਔਰ ਇਹੀ ਗੱਲ ਜਿਹੜਾ ਰਾਈਟਰ ਉਹ ਸਮਝਾਉਣਾ ਚਾਹੁੰਦਾ ਹੈ ਕਿ ਜਿਵੇਂ ਦੀ ਵੀ ਜ਼ਿੰਦਗੀ ਹੋਵੇ, ਭਾਵੇਂ ਥੋੜ੍ਹੀ ਹੋਵੇ, ਘੱਟ ਵੀ ਮਿਲ ਜਾਵੇ, ਸਾਨੂੰ ਕੀ ਹੋਣਾ ਚਾਹੀਦਾ, ਉਹਦੇ 'ਚ ਸੈਟਿਸਫਾਈਡ ਹੋਣਾ ਚਾਹੀਦਾ ਹੈ।